ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਾਂਗਰਸ ਪਾਰਟੀ ਵਿੱਚ ਪੈਦਾ ਹੋਏ ਵਿਵਾਦ ਨੂੰ ਲੈ ਕੇ ਤੇ ਗਾਂਧੀ ਪਰਿਵਾਰ ਹੀ ਕਾਂਗਰਸ ਪਾਰਟੀ ਲਈ ਕਿਉਂ ਜ਼ਰੂਰੀ ਹੈ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਇਸ ਟਾਈਮ ਜਿਹੜਾ ਹੈਗਾ ਦੇਸ਼ ਭਰ ਦੇ ਵਿੱਚ ਕਾਂਗਰਸੀ ਆਗੂਆਂ ਦੇ ਵਿੱਚ ਨਮੋਸ਼ੀ ਦਾ ਆਲਮ ਪਾਇਆ ਜਾ ਰਿਹਾ ਹੈ। ਇਹ ਜਿਹੜਾ ਸਭ ਕੁਝ ਹੈਗਾ ਪਿਛਲੇ ਦਿਨੀ ਜਿਹੜੇ ਕਾਂਗਰਸ ਦੇ 23 ਸੀਨੀਅਰ ਆਗੂਆਂ ਦੀ ਚਿੱਠੀ ਨੇ ਸਭ ਦੇ ਸਾਹਮਣੇ ਲਿਆਂਦਾ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹ ਕਾਂਗਰਸੀ ਆਗੂਆਂ ਦੀ ਸੋਚ ਕੀ ਹੈ, ਉਹ ਕੀ ਕਹਿਣਾ ਚਾਹੁੰਦੇ ਨੇ, ਤੇ ਨਾਲ ਹੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਗਾਂਧੀ ਪਰਿਵਾਰ ਹੀ ਕਾਂਗਰਸ ਪਾਰਟੀ ਲਈ ਕਿਉਂ ਜ਼ਰੂਰੀ ਹੈ। ਅਸਲ ਦੇ ਵਿੱਚ ਇਹ ਹੈ ਕਿ ਕਾਫੀ ਲੰਮੇ ਸਮੇਂ ਦੇ ਵਿੱਚੋਂ ਕਾਂਗਰਸ ਜਿਹੜੀ ਸੱਤਾ ਤੋਂ ਬਾਹਰ ਹੈ, ਕੇਂਦਰੀ ਸੱਤਾ ਤੋਂ ਪਹਿਲਾਂ 10 ਸਾਲ ਸੱਤਾ 'ਚ ਆ ਕੇ ਉਦੋਂ ਬਾਅਦ ਬੀਜੇਪੀ ਦਾ ਦੁਬਾਰਾ ਜਿੱਤਣਾ ਜਾਂ ਪਾਰਟੀ ਦੇ ਸੰਗਠਨ ਦਾ ਇੰਨਾ ਜ਼ਿਆਦਾ ਕਮਜ਼ੋਰ ਹੋ ਜਾਣਾ, ਖਾਸ ਤੌਰ 'ਤੇ ਅਲੱਗ-ਅਲੱਗ ਜਗ੍ਹਾ ਜਿੱਥੇ ਕਿਤੇ ਵੀ ਸੀ। ਮੱਧ ਪ੍ਰਦੇਸ਼ ਦੀ ਗੌਰਮੈਂਟ ਟੁੱਟੀ, ਇਦੋਂ ਪਹਿਲਾਂ ਕਰਨਾਟਕਾ ਦੇ ਵਿੱਚ ਇਹੀ ਹਾਲ ਹੋਇਆ, ਵੱਖ-ਵੱਖ ਜਗ੍ਹਾ। ਔਰ ਕਾਂਗਰਸ ਆਪਣੇ ਆਪ ਨੂੰ ਇਕੱਠਾ ਨਹੀਂ ਕਰ ਪਾ ਰਹੀ ਹੈ, ਕਿਉਂਕਿ ਜਦੋਂ ਇਲੈਕਸ਼ਨ ਹਾਰੇ 2019 ਦੀ, ਉਦੋਂ ਬਾਅਦ ਕਾਂਗਰਸ ਪ੍ਰਧਾਨਗੀ ਤੋਂ ਰਾਹੁਲ ਗਾਂਧੀ ਨੇ ਅਸਤੀਫਾ ਦੇ ਦਿੱਤਾ ਅਤੇ ਸੋਨੀਆ ਗਾਂਧੀ ਕੋਲ ਅਜੇ ਟੈਂਪਰੇਰੀ ਚਾਰਜ ਹੈ, ਕੋਈ ਪੱਕਾ ਪ੍ਰਧਾਨ ਨਹੀਂ ਹੈ। ਅਤੇ ਜਿਹੜੇ 23 ਬੰਦਿਆਂ ਨੇ, 23 ਵੱਖ-ਵੱਖ ਲੀਡਰਾਂ ਨੇ, ਜਿਹੜੇ ਉਹਨਾਂ 'ਚੋਂ ਬਹੁਤੇ ਲੀਡਰ ਉਹੀ ਨੇ ਜਿਹੜੇ ਗਾਂਧੀ ਪਰਿਵਾਰ ਦੇ ਨੇੜੇ ਹੀ ਰਹੇ ਨੇ ਹਮੇਸ਼ਾ। ਕੋਈ ਬਹੁਤਾ ਇਹੋ ਜਿਹਾ ਬਾਗੀਪਣ ਵਾਲਾ ਕੋਈ ਬੰਦਾ ਨਹੀਂ ਹੈ। ਜਿਹੜੇ ਪਹਿਲਾਂ ਇੰਦਰਾ ਗਾਂਧੀ ਤੋਂ ਲੈ ਕੇ ਸੰਜੇ ਗਾਂਧੀ, ਰਾਜੀਵ ਗਾਂਧੀ ਸਭ ਦੇ ਨੇੜੇ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਹੁਣ ਕਾਫੀ ਬੰਦਿਆਂ ਦੇ ਜਿਹੜਾ ਉਹ ਅਸਲ ਦੇ ਵਿੱਚ ਜਿਹੜੀ ਗੱਲ ਉਹ ਇੱਥੇ ਤੱਕ ਸੀਮਿਤ ਕਰ ਲਈ ਕਾਂਗਰਸੀਆਂ ਦੇ ਕੁਝ ਬੰਦਿਆਂ ਨੇ ਕਿ ਸੋਨੀਆ ਗਾਂਧੀ ਅਤੇ ਗਾਂਧੀ ਪਰਿਵਾਰ ਦੇ ਖਿਲਾਫ ਹੈ। ਇੱਥੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਬਿਆਨ ਦੇ ਦਿੰਦਾ ਹੈ, ਹੋਰ ਕਈ ਮੁੱਖ ਮੰਤਰੀ ਦੇ ਦਿੰਦੇ ਨੇ, ਵੱਖ-ਵੱਖ ਦੇ ਦਿੰਦੇ ਨੇ ਵੀ ਨਹੀਂ ਜੀ ਗਾਂਧੀ ਨੂੰ ਹੀ ਕਿ ਪਰਿਵਾਰ 'ਚੋਂ ਹੀ ਕਿਸੇ ਨੂੰ ਪ੍ਰਧਾਨਗੀ ਕਰਨੀ ਚਾਹੀਦੀ ਹੈ। ਮਤਲਬ ਇਹ ਦੇਸ਼ ਦੇ ਵਿੱਚ ਕਿਉਂ ਇਹੋ ਜਿਹਾ ਹੋ ਜਾਂਦਾ ਹੈ ਕਿ ਵੱਖ-ਵੱਖ ਪਾਰਟੀਆਂ 'ਚ ਕੋਈ ਇੱਕ ਪਰਿਵਾਰ, ਇੱਕ ਕੋਈ ਬੰਦਾ ਜਾਂ ਕੋਈ ਇੱਕ ਗਰੁੱਪ ਉਹ ਇਸ ਲੈਵਲ ਦੇ ਉੱਤੇ ਭਾਰੂ ਹੋ ਜਾਂਦਾ ਕਿ ਉਹਦੇ ਤੋਂ ਬਿਨਾਂ ਤੁਹਾਨੂੰ ਨਾ ਕੋਈ ਜਥੇਬੰਦੀ, ਨਾ ਸਰਕਾਰਾਂ ਇਕੱਠੀਆਂ ਰਹਿੰਦੀਆਂ ਨਜ਼ਰ ਆਉਂਦੀਆਂ ਨੇ, ਨਾ ਉਹਦੇ ਤੋਂ ਬਿਨਾਂ ਤੁਹਾਨੂੰ ਭਵਿੱਖ ਨਜ਼ਰ ਆਉਂਦਾ ਹੈ। ਕਿ ਡੈਮੋਕ੍ਰੇਟਿਕ ਵੈਲਿਊ ਸਿਸਟਮ 'ਚ ਜਿਹੜਾ ਜਮਹੂਰੀ ਢਾਂਚਾ ਸਾਡੇ ਹੈ, ਇਹ ਬਾਕੀ ਜਮਹੂਰੀਅਤ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰ ਰਿਹਾ ਹੈ, ਜਿਹੜਾ ਹੁਣ ਮਾਹੌਲ ਉਸ ਪੱਧਰ ਦੇ ਉੱਤੇ ਹੈ। ਅੰਤ ਨੂੰ ਫਿਰ ਜਿਹੜੀ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ, ਉਹਦੇ 'ਚ ਐਲੀਗੇਸ਼ਨ ਵੀ ਇੱਕ ਲੱਗ ਜਾਂਦਾ, ਬਾਅਦ ਦੇ ਵਿੱਚ ਸਾਹਮਣੇ ਆਉਂਦੇ ਨੇ ਕਿ ਬੀਜੇਪੀ ਦੀ ਸ਼ਾਇਦ 'ਤੇ ਹੋ ਰਿਹਾ। ਮਤਲਬ ਇਹ ਸੇਮ ਜੀ ਉਹ ਗੱਲ ਹੈ ਕਿ ਜਦੋਂ ਕੋਈ ਪਾਰਟੀ ਦੇ ਵਿੱਚ ਕੋਈ ਮੁੱਦਾ ਉਠਾਉਂਦਾ, ਉਹ ਇੱਥੇ ਜੇ ਅਕਾਲੀਆਂ ਦੇ ਉਠਾਵੇ ਉਹ ਕਹਿੰਦੇ ਨੇ ਕਾਂਗਰਸ ਦੀ ਸਹਿ 'ਤੇ ਹੋ ਰਿਹਾ। ਜੇ ਕਾਂਗਰਸ ਦੇ ਅੰਦਰ ਇੱਥੇ ਅਮਰਿੰਦਰ ਸਿੰਘ ਖਿਲਾਫ ਵਾਜਪੇਈ ਨਹੀਂ ਉਠਾਉਂਦੇ ਨੇ ਤਾਂ ਜਾਖੜ ਕਹਿ ਦਿੰਦਾ ਕਿ ਉਹ ਬੀਜੇਪੀ ਦੀ ਸਹਿ ਦੇ ਉੱਤੇ ਪਤਾ ਨਹੀਂ ਉਹਨੂੰ ਬਾਡੀਗਾਰਡ ਮਿਲ ਗਏ ਜਾਂ ਬਾਕੀ ਜਾ ਹੋ ਰਿਹਾ। ਮਤਲਬ ਅਸੀਂ ਅੰਦਰੂਨੀ ਕਿਸੇ ਵੀ ਗੱਲ ਨੂੰ ਸਵੀਕਾਰ ਕਰਨਾ ਜਾਂ ਜਿਹੜਾ ਉਹ ਮੁੱਦਾ ਉਠਾਉਂਦਾ ਉਹਦੇ 'ਤੇ ਗੰਭੀਰਤਾ ਨਾਲ ਚਰਚਾ ਕਰਨਾ, ਸਾਡੀ ਟੋਟਲ ਪੋਲੀਟਿਕਸ ਦੇ ਵਿੱਚ ਇਹ ਮਾਹੌਲ ਕੰਟਰੀ ਦੇ ਵਿੱਚ ਬਣਦਾ ਜਾ ਰਿਹਾ ਜਿਹੜਾ ਕਿ ਗੈਰ ਜਮਹੂਰੀ ਹੈ। ਔਰ ਜਿਹੜੀ ਵੀ ਪਾਰਟੀ ਦੇ ਵਿੱਚ ਇਹ ਹਾਲ ਹੋਇਆ, ਉਹਨਾਂ ਨੇ ਬੰਦੇ ਜਾਂ ਤਾਂ ਉਹ ਨਿਕਲ ਗਏ ਆਪ ਜਾਂ ਕੱਢ ਦਿੱਤੇ ਗਏ ਅਤੇ ਉਹਨਾਂ ਨੂੰ ਕੋਈ ਸਪੇਸ ਨਹੀਂ ਦਿੱਤੀ, ਕੋਈ ਜਗ੍ਹਾ ਨਹੀਂ ਦਿੱਤੀ ਇਸ ਡੈਮੋਕ੍ਰੇਟਿਕ ਸੈਟਅਪ ਦੇ ਵਿੱਚ। ਅਤੇ ਉਹਨਾਂ ਨੇ ਜਿਹੜੇ ਮੁੱਦੇ ਉਠਾਏ, ਮੁੱਦੇ ਆਪਣੇ ਆਪ 'ਚ ਵੱਡੇ ਮੁੱਦੇ ਨੇ ਅਤੇ ਇਹ ਗੱਲ ਬੜੀ ਕਲੀਅਰ ਹੈ ਕਿ ਇੱਕ ਗੱਲ ਉਹ ਇਹ ਕਹਿੰਦੇ ਨੇ ਕਿ ਕਾਂਗਰਸ ਦੇ ਨਾਲ ਨੌਜਵਾਨੀ ਜਾਂ ਬਾਕੀ ਲੋਕ ਆਉਣਾ ਕਿਉਂ ਛੱਡ ਗਏ ਨੇ, ਕਿਉਂ ਇਹਦੇ ਤੋਂ ਦੂਰ ਹੋ ਗਏ। ਦੂਜੀ ਗੱਲ ਇਹ ਹੈ ਕਿ ਕਾਂਗਰਸ ਕੋਲ ਲਗਾਤਾਰ ਦਿਖਾਈ ਦੇਣ ਵਾਲਾ ਕੋਈ ਲੀਡਰਸ਼ਿਪ ਕਿਉਂ ਨਹੀਂ ਹੈ ਜਿਹੜੀ ਰੋਜ਼ ਫੀਲਡ ਦੇ ਵਿੱਚ ਕਿਤੇ ਨਾ ਕਿਤੇ ਦਿਖਾਈ ਦਿੰਦੀ ਹੋਵੇ। ਅਤੇ ਹੁਣ ਵੀ ਰਾਹੁਲ ਗਾਂਧੀ ਪ੍ਰਧਾਨਗੀ ਛੱਡ ਗਿਆ ਅਤੇ ਪਰ ਫੈਸਲੇ ਸਾਰੇ ਉਹਦੇ ਵੱਲੋਂ ਹੀ ਹੋ ਰਹੇ ਨੇ ਜਿਸ ਟਾਈਪ ਦੇ ਵੀ ਹੋ ਰਹੇ ਨੇ। ਅਤੇ ਅਗਲੀ ਗੱਲ ਇਹ ਵੀ ਹੈ ਕਿ ਕੁਝ ਲੀਡਰ ਇਹ ਮਹਿਸੂਸ ਕਰਦੇ ਨੇ ਕਿ ਜਿਹੜੇ ਵਿਚਾਰਧਾਰਕ ਲੜਾਈ ਦੇਸ਼ ਦੇ ਵਿੱਚ ਲੜਨੀ ਪਏਗੀ, ਜਿਵੇਂ ਬੀਜੇਪੀ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਹਿੰਦੂ ਬੁਨਿਆਦਵਾਦ ਜਿਹੜਾ ਹੈ ਉਹਨੂੰ ਲਾਗੂ ਕਰਨ ਵੱਲ ਲਗਾਤਾਰ ਵੱਧ ਰਹੀ ਹੈ, ਇਹਦੇ 'ਤੇ ਕਾਂਗਰਸ ਦਾ ਕੋਈ ਬਖਰੇਵਾਂ ਦਿਖਾਈ ਨਹੀਂ ਦਿੰਦਾ ਬਹੁਤ ਵੱਡੇ ਪੱਧਰ ਦੇ ਉੱਤੇ। ਔਰ ਇਹ ਸਵਾਲ ਵੀ ਉਠਾਉਣੇ ਵਾਜਬ ਨੇ, ਜਿਵੇਂ ਮੰਨ ਲਓ ਜੰਮੂ ਕਸ਼ਮੀਰ ਦਾ 370 ਧਾਰਾ ਖਤਮ ਕਰਨ ਦਾ ਜਿਹੜਾ ਮੁੱਦਾ ਹੈ, ਜਾਂ ਜਿਹੜੇ ਵੀ ਉਦੋਂ ਬਾਅਦ ਦਾ ਹੁਣ 1 ਸਾਲ ਦੇ ਤੋਂ ਜਿਹੜੀ ਉੱਥੇ ਇੱਕ ਟਾਈਪ ਦੀ ਜੇਲ੍ਹ ਦੇ ਵਿੱਚ ਉਹਨੂੰ ਰੱਖਿਆ, ਜੇਲ੍ਹ ਦੀ ਤਰ੍ਹਾਂ, ਖੁੱਲ੍ਹੀ ਜੇਲ੍ਹ ਦੀ ਤਰ੍ਹਾਂ ਲੋਕਾਂ ਨੂੰ ਬੰਦ ਕੀਤਾ ਗਿਆ। ਅਤੇ ਉਹਦੇ 'ਤੇ ਕਾਂਗਰਸ ਦਾ ਕੀ ਸਟੈਂਡ ਹੈ? ਕਾਂਗਰਸ ਇੱਕ ਸਟੈਂਡ ਨਹੀਂ ਲੈ ਪਾਈ। ਕਾਂਗਰਸ ਦੇ ਅੱਧੇ ਲੀਡਰ ਉਦੋਂ ਕਹਿੰਦੇ ਰਹੇ ਕਿ ਜੀ ਠੀਕ ਹੈ 370 ਧਾਰਾ, ਕੁਝ ਲੀਡਰ ਕਹਿੰਦੇ ਹੋ ਰਹੇ ਗਲਤ ਹੈ ਇਹ 370 ਧਾਰਾ। ਔਰ ਕੱਲਾ ਪੀ ਚਿਦੰਬਰਮ ਨੇ ਹੁਣ ਇੱਕ ਬਿਆਨ ਦਿੱਤਾ ਇਸ ਤੋਂ ਬਾਅਦ, ਜਦੋਂ ਜੰਮੂ ਕਸ਼ਮੀਰ ਦੀਆਂ 6 ਪਾਰਟੀਆਂ ਨੇ ਮਿਲ ਕੇ ਇਹ ਕਿਹਾ ਕਿ ਹਾਲਾਤ ਬਹੁਤ ਖਰਾਬ ਹੋ ਗਏ, ਮੁੜ ਕੇ ਉਵੇਂ ਸਟੇਟ ਨੂੰ ਇਕੱਠਾ ਕਰਕੇ ਸਪੈਸ਼ਲ ਸਟੇਟਸ ਦਿੱਤੇ ਬਿਨਾਂ ਸਾਡੀ ਕੋਈ ਗੱਲ ਨਹੀਂ ਬਣ ਰਹੀ। ਅਤੇ ਚਿਦੰਬਰਮ ਨੇ ਇਕੱਲਾ ਕਿਹਾ, ਇੱਕ ਆਗੂ ਨੇ ਬਤੌਰ ਪਾਰਟੀ ਕੋਈ ਕੀ ਕਹਿ ਰਹੀ ਹੈ,
ਉਹ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਰਾਮ ਮੰਦਿਰ ਦੇ ਮੁੱਦੇ ਦਾ ਸਵਾਲ ਹੈ, ਪਹਿਲਾਂ ਤੋਂ ਵੀ ਕਾਂਗਰਸ ਦਾ ਬਾਰੇ ਇੱਕ ਕਿਹਾ ਜਾਂਦਾ ਹੈ ਕਿ ਉਹ ਸੌਫਟ ਹਿੰਦੂਤਵ ਨੂੰ ਨਾਲ ਲੈ ਕੇ ਚੱਲਦੀ ਹੈ। ਸੌਫਟ ਹਿੰਦੂਤਵ ਦਾ ਮਤਲਬ ਚਾਹੇ ਉਸ ਸਮੇਂ ਰਾਜੀਵ ਗਾਂਧੀ ਵੇਲੇ ਬਾਬਰੀ ਮਸਜਿਦ ਦਾ ਤਾਲਾ ਖਨਾਉਣਾ ਹੋਵੇ, ਚਾਹੇ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਹੋਵੇ, ਬਾਬਰੀ ਮਸਜਿਦ ਡਿੱਗ ਜੇ, ਉਹਦੇ ਬਾਵਜੂਦ ਇਹ ਸਾਰੀਆਂ ਗੱਲਾਂ ਇਹ ਸਾਬਤ ਕਰਦੀਆਂ ਨੇ ਤੁਸੀਂ ਕਿ ਉਸ ਸੈਂਟੀਮੈਂਟ ਤੋਂ, ਚਾਹੇ ਚੋਣਾਂ ਦੇ ਵਿੱਚ ਰਾਹੁਲ ਗਾਂਧੀ ਦਾ ਉਵੇਂ ਹੀ ਟਿੱਕਾ ਲਾ ਕੇ ਮੰਦਰ ਮੰਦਰ ਜਾਣਾ, ਉਹ ਬੀਜੇਪੀ ਦੀ ਪੈੜ 'ਚ ਪੈੜ ਧਰਨ ਲੱਗ ਗਏ। ਜਦੋਂ ਫਿਰ ਤੁਸੀਂ ਸੌਫਟ ਹਿੰਦੂਤਵ ਕਰ ਰਹੇ ਹੋ ਤੇ ਉਹ ਖੁੱਲ੍ਹੇਆਮ ਹਿੰਦੂਤਵ ਕਰ ਰਹੇ ਨੇ, ਤਾਂ ਆਟੋਮੈਟਿਕਲੀ ਹੈ ਕਿ ਖੁੱਲ੍ਹੇਆਮ ਹਿੰਦੂਤਵ ਹੀ ਜਿੱਤੂਗਾ, ਤੁਹਾਡਾ ਨਹੀਂ ਜਿੱਤੂਗਾ ਕਿਸੇ ਵੀ ਰੂਪ ਦੇ ਵਿੱਚ। ਜਾਂ ਤੁਸੀਂ ਵਿਚਾਰਧਾਰਾ ਤੌਰ ਕੇ ਇਹ ਸੋਚੋਗੇ, ਫੈਡਰਲਿਜ਼ਮ ਦਾ ਇੱਕ ਕੁਐਸਚਨ ਹੈ, ਬੀਜੇਪੀ ਬਹੁਤ ਜ਼ਿਆਦਾ ਸੈਂਟਰਲਾਈਜ਼ ਕਰ ਰਹੀ ਹੈ। ਕਾਂਗਰਸ ਵੀ ਪਹਿਲਾਂ ਤੋਂ ਸੈਂਟਰਲਾਈਜੇਸ਼ਨ ਦਾ ਮੁੱਦਾ ਹੌਲੀ ਹੌਲੀ ਕਰਦੀ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੇ ਕਾਂਗਰਸ ਨੇ ਜਾਂ ਕਿਸੇ ਹੋਰ ਪਾਰਟੀ ਨੇ ਸਟੈਂਡ ਲੈਣਾ ਹੈ ਵਿਚਾਰਧਾਰਕ ਤੌਰ ਤੇ, ਤਾਂ ਬੀਜੇਪੀ ਤੋਂ ਵੱਖਰਾ ਲੈਣਾ ਪਏਗਾ। ਤਾਂ ਤੁਹਾਨੂੰ ਫੈਡਰਲਿਜ਼ਮ ਤੇ ਉਸ ਲੈਵਲ ਤੇ ਤੁਹਾਨੂੰ ਜੀਐਸਟੀ ਤੇ ਕੋਈ ਇਤਰਾਜ਼ ਨਹੀਂ, ਜੀਐਸਟੀ ਦੇ ਲਾਗੂ ਕਰਨ ਦੇ ਤਰੀਕੇ ਤੇ ਇਤਰਾਜ਼ ਹੈ। ਤੁਸੀਂ ਪ੍ਰਿੰਸੀਪਲੀ ਵਿਰੋਧ ਨਹੀਂ ਕਰ ਰਹੇ, ਤੁਸੀਂ ਕੁਝ ਚੀਜ਼ਾਂ ਦਾ ਵੈਸੇ ਹੀ ਵਿਰੋਧ ਉਸ ਰੂਪ ਤੇ ਕਰ ਰਹੇ ਹੋ। ਤੁਸੀਂ ਯੂਏਪੀਏ ਤੇ ਆਈਐਨਏ ਦਾ ਤੁਸੀਂ ਬਣਾਇਆ ਆਪ, ਤੁਹਾਡੇ ਰਾਜ 'ਚ ਵੀ ਲਾਗੂ ਰਿਹਾ, ਤੁਸੀਂ ਕੁਝ ਕੀਤੀਆਂ ਗਈਆਂ ਸੋਧਾਂ ਦੇ ਖਿਲਾਫ ਹੋ, ਜਦ ਕਿ ਤੁਹਾਨੂੰ ਬੁਨਿਆਦੀ ਤੌਰ ਤੇ ਉਹਨਾਂ ਚੀਜ਼ਾਂ ਤੇ ਫੈਸਲੇ ਲੈਣੇ ਪੈਣਗੇ, ਇਹਨਾਂ ਚੀਜ਼ਾਂ ਤੇ ਸੋਚਣਾ ਪਏਗਾ। ਮੁੱਦਿਆਂ ਦੇ ਤੌਰ ਤੇ ਕਾਂਗਰਸ ਨੇ ਆਪਣੀ ਰੀਜਨਲ ਲੀਡਰਸ਼ਿਪ ਲਗਭਗ ਵੱਖ-ਵੱਖ ਸਟੇਟਾਂ ਦੀ ਪਹਿਲਾਂ ਉਹ ਮਾਰੀ। ਜਦੋਂ ਵੀ ਕੋਈ ਰੀਜਨਲ ਲੀਡਰ ਕੋਈ ਗੱਲ ਕਰਦਾ ਸੀ ਜਿਹਦੀ ਲੋਕਾਂ ਦੇ ਵਿੱਚ ਸੇਧ ਸੀ, ਹੌਲੀ ਹੌਲੀ ਕੋਈ ਇਹੋ ਜਿਹੇ ਬੰਦੇ ਖੜੇ ਕਰਕੇ ਤੇ ਉਹ ਖੇਤਰੀ ਜਿਹੜੀ ਲੀਡਰਸ਼ਿਪ ਹੈ ਉਹ ਖਤਮ ਕੀਤੀ। ਪਹਿਲਾਂ ਦੱਖਣੀ ਭਾਰਤ ਦੇ ਵਿੱਚੋਂ ਕੀਤੀ, ਤਾਮਿਲਨਾਡੂ ਦੇ ਵਿੱਚ ਜੀਕੇ ਮੂਪਨਾਰ ਵਰਗੇ ਬੰਦੇ, ਅਲੱਗ-ਅਲੱਗ ਟਾਈਪ ਦੇ ਬੰਦੇ, ਜਿਵੇਂ ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੇ ਜਦੋਂ ਰੈਡੀ ਦੀ ਡੈਥ ਹੋਈ ਹੈ ਤੇ ਉਹਦੇ ਬੇਟੇ ਨੂੰ ਐਡਜਸਟ ਨਾ ਕਰ ਪਾਉਣਾ, ਤੇ ਉਹ ਵੀ ਇੱਕ ਅੱਜ ਕੱਲ੍ਹ ਉਹ ਸੱਤਾ 'ਚ ਚੀਫ ਮਿਨਿਸਟਰ ਹੈ। ਤੇ ਇਸੇ ਤਰ੍ਹਾਂ ਬੰਗਾਲ ਦੇ ਵਿੱਚ ਮਮਤਾ ਬੈਨਰਜੀ, ਤੇ ਉਹ ਉੱਥੇ ਚੀਫ ਮਿਨਿਸਟਰ ਹੈ। ਇਸੇ ਤਰ੍ਹਾਂ ਸਰਦ ਪਵਾਰ ਦੀ ਪਾਰਟੀ, ਅਲੱਗ-ਅਲੱਗ ਟੁੱਟਾਂ ਪੈਂਦੀਆਂ ਰਹੀਆਂ, ਤੁਸੀਂ ਲੀਡਰਸ਼ਿਪ ਨੂੰ ਪ੍ਰਵਾਨ ਨਹੀਂ ਕੀਤਾ ਕਿਸੇ ਵੀ ਰੂਪ ਦੇ ਵਿੱਚ। ਹੁਣ ਉਹ ਇੰਨੀ ਕਮਜ਼ੋਰ ਹੋ ਗਈ ਕਿ ਉਹ ਕੁਝ ਕਹਿਣ ਤੋਂ ਹੀ ਕਤਰਾਉਂਦੀ ਹੈ ਕਿਸੇ, ਮਤਲਬ ਜੇਕਰ ਕੋਈ ਥੋੜ੍ਹਾ ਜਿਹਾ ਗੱਲ ਵੀ ਕਰਦਾ। ਇੱਕ ਜ਼ਮਾਨੇ ਤੱਕ ਕਾਂਗਰਸ ਦੇ ਵਿੱਚ ਚੋਣਾਂ ਹੁੰਦੀਆਂ ਸੀ, ਔਰ ਈਵਨ ਸੋਨੀਆ ਗਾਂਧੀ ਦੇ ਖਿਲਾਫ ਵੀ ਜਤਿੰਦਰ ਨੇ ਚੋਣ ਲੜੀ ਸੀ, ਔਰ ਇਹ ਤੋਂ ਪਹਿਲਾਂ ਵੀ ਚੋਣ ਜਿਹੜੀ ਰਜੇਸ਼ ਪਾਇਲਟ ਨੇ ਵੀ ਲੜੀ ਸੀ, ਤੇ ਵੱਖ-ਵੱਖ ਲੋਕਾਂ ਨੇ ਚੋਣ ਲੜੀ, ਪਰ ਉਹ ਇੰਨਾ ਜ਼ਿਆਦਾ ਸਖਤ ਨਹੀਂ ਸੀ ਹੁੰਦੇ ਜੇ ਉਹਨਾਂ ਨੂੰ ਵੀ ਵਰਕਿੰਗ ਕਮੇਟੀ 'ਚ ਲੈ ਲੈਂਦੇ ਸੀ। ਜਿਹੜਾ ਇੱਕ ਡੈਮੋਕ੍ਰੈਟਿਕ ਢਾਂਚੇ ਦੀ ਗੱਲ ਹੈ ਕਿ ਇਹਨਾਂ ਨੇ ਇੱਕ ਗੱਲ ਕਹੀ ਕਿ ਜੇ ਸੰਗਠਨ ਮਜ਼ਬੂਤ ਕਰਨਾ, ਹੇਠਾਂ ਤੋਂ ਲੈ ਕੇ ਉੱਪਰ ਨੂੰ ਚੋਣਾਂ ਦੇ ਰਾਹੀਂ ਬੰਦੇ ਚੁਣੇ ਜਾਣੇ ਚਾਹੀਦੇ ਨੇ। ਔਰ ਜੇਕਰ ਇਹ ਫਾਰਮੂਲਾ ਲਾਗੂ ਹੋ ਜਾਂਦਾ ਹੈ ਫਿਰ ਤਾਂ ਇਹ ਬਹੁਤ ਵਧੀਆ, ਪਰ ਇਹ ਪਾਰਟੀਆਂ 'ਚ ਲਾਗੂ ਨਹੀਂ। ਸਾਰੀਆਂ ਪਾਰਟੀਆਂ ਦੇ ਵਿੱਚ ਹੁਣ ਸਿਸਟਮ ਉੱਪਰੋਂ ਹੀ ਚੱਲਦਾ ਹੈ। ਬੀਜੇਪੀ ਹੋਵੇ ਉਹ ਵੀ ਨੋਮੀਨੇਟ ਕਰਦੀ ਹੈ ਸੂਬਿਆਂ ਦੇ ਪ੍ਰਧਾਨ, ਜਾਂ ਬਾਕੀ ਉਹ ਕਹਿੰਦੇ ਸੀ ਗੱਲ ਸੁਣ ਲਈ ਸਭ ਦੀ, ਗੱਲ ਸੁਣ ਕੇ ਕੀ ਕਹਿੰਦੇ ਨੇ, ਇੱਕ ਲਾਈਨ ਦਾ ਇੱਕ ਮਤਾ ਪੈ ਜਾਂਦਾ ਕਿ ਜਿਵੇਂ ਹਾਈ ਕਮਾਂਡ ਕਰੂਗੀ ਸਾਨੂੰ ਪ੍ਰਵਾਨ ਹੋਏਗਾ। ਇਹ ਲਗਾਤਾਰ ਇੱਕ ਡੈਮੋਕ੍ਰੇਸੀ ਦਾ ਸੁੰਗੜਨਾ ਹੈ ਇਸ ਦੇਸ਼ ਦੇ ਵਿੱਚ, ਔਰ ਉਹ ਜਿਹੜਾ ਸੁੰਗੜਨਾ ਤੇ ਸੰਸਥਾਵਾਂ ਵੀ ਹੁਣ ਸੁੰਗੜ ਰਹੀਆਂ ਨੇ ਲਗਾਤਾਰ। ਇਹ ਖਤਰਨਾਕ ਹੈ ਬਹੁਤ ਟ੍ਰੈਂਡ। ਔਰ ਜੇ ਕਾਂਗਰਸ ਨੇ ਸਿਆਸੀ ਤੌਰ ਤੇ ਜਿੰਦਾ ਰਹਿਣਾ ਤੇ ਸਿਆਸੀ ਤੌਰ ਤੇ ਬਦਲ ਬਣਨਾ, ਤਾਂ ਨਵੇਂ ਹਾਲਾਤ ਦੇ ਵਿੱਚ ਨਵੇਂ ਏਜੰਡੇ ਦੇ ਨਾਲ, ਨਵੀਆਂ ਜਮਹੂਰੀ ਕਦਰਾਂ ਕੀਮਤਾਂ ਦੇ ਨਾਲ ਸਾਹਮਣੇ ਆਉਣਾ ਪਏਗਾ। ਪਰ ਇਹ ਲੱਗਦਾ ਨਹੀਂ, ਕਿਉਂਕਿ ਉਹ ਸਾਰੇ ਲੀਡਰ ਵੀ ਉਹੇ ਜਿਹੇ ਤਰ੍ਹਾਂ ਦੇ ਨੇ ਜਿਹੜੇ ਬਾਕੀ ਵੀ ਪਹਿਲਾਂ ਆਏ, ਬਹੁਤੇ ਉਹਨਾਂ ਤੋਂ ਇਹ ਸੀ ਜਿਹੜੇ ਉਸੇ ਤਰੀਕੇ ਦੀ ਚਾਪਲੂਸ ਕਲਚਰ ਦੇ ਵਿੱਚ ਵੀ ਰਹੇ, ਜਿਹੜੇ ਉਸੇ ਤਰੀਕੇ ਦੇ ਨਾਲ ਵਿਵਹਾਰ ਕਰਦੇ ਰਹੇ। ਤੇ ਹੁਣ ਇੱਕੋ ਦਮ ਕਿੰਨਾ ਕੁ ਅਸਰ ਪਾ ਸਕਣਗੇ ਜਿੰਨਾ ਚਿਰ ਨਵੇਂ ਲੋਕ ਨਵੇਂ ਅੰਦੋਲਨ 'ਚੋਂ ਨਹੀਂ ਆਉਂਦੇ, ਜਿੰਨਾ ਚਿਰ ਕੋਈ ਪਾਰਟੀ ਇਸ ਦੇਸ਼ ਦੇ ਵਿੱਚ ਅੰਦੋਲਨ ਦੀ ਅਗਵਾਈ ਨਹੀਂ ਕਰੇਗੀ, ਉਹਨਾਂ ਅੰਦੋਲਨਾਂ 'ਚੋਂ ਨਿਕਲੇ ਚੰਗੇ ਤੇ ਫਰੈਸ਼ ਲੋਕ ਸਾਹਮਣੇ ਨਹੀਂ ਆਉਣਗੇ, ਜਿਨ੍ਹਾਂ ਦਾ ਲੋਕਾਂ ਤੇ ਜਿਨ੍ਹਾਂ ਤੇ ਭਰੋਸਾ ਹੋਏਗਾ, ਉਹਨਾਂ ਚਿਰ ਪਾਰਟੀਆਂ ਇਸ ਜਿਹੜਾ ਬਹੁਤ ਖਤਰਨਾਕ ਮਾਹੌਲ ਹੈ ਇਹਦੇ ਵਿੱਚ ਆਪਣੀ ਭਰੋਸੇਯੋਗਤਾ ਨਹੀਂ ਬਣਾ ਸਕਣਗੀਆਂ, ਤੇ ਇਹਦਾ ਮੁਕਾਬਲਾ ਇਸ ਨੂੰ ਚੁਣੌਤੀ ਨਹੀਂ ਦੇ ਸਕਣਗੇ। ਇਹ ਬਹੁਤ ਵੱਡਾ ਸਵਾਲ ਹੈ। ਇੱਕ ਹਮੀਰ ਸਿੰਘ ਜੀ, ਇਹ ਵੀ ਗੱਲ ਆਉਂਦੀ ਹੈ ਜਿਵੇਂ ਤੁਸੀਂ ਕਿਹਾ ਵੀ ਕਿ ਕਿਸੇ ਵੀ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਹੋਣ ਲਈ ਚੋਣਾਂ ਦਾ ਜਿਹੜਾ ਸਿਸਟਮ ਹੈ ਉਹ ਲਾਗੂ ਕਰਨਾ ਪਏਗਾ। ਕਾਂਗਰਸ ਨੇ ਵੀ ਜਿਹੜਾ ਹੈਗਾ ਯੂਥ ਕਾਂਗਰਸ ਦੀ ਚੋਣਾਂ ਸ਼ੁਰੂ ਕੀਤੀਆਂ ਕਿ ਉੱਥੇ ਤੋਂ ਜਿਹੜੇ ਹੈਗੇ ਲੀਡਰ ਉੱਪਰ ਆਉਣ, ਪਰ ਉੱਥੇ ਵੀ ਜਿਵੇਂ ਆਪਾਂ ਦੇਖੀਏ ਵੀ ਕਿ ਸੱਤਾਧਾਰੀ ਜਾਂ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੇ ਬੱਚੇ, ਉਹਨਾਂ ਦੇ ਗਰੁੱਪ ਹੀ ਕਾਬਜ਼ ਹੁੰਦੇ ਆਏ ਨੇ, ਕੋਈ ਨਵਾਂ ਲੀਡਰ ਜਿਹੜਾ ਪਾਰਟੀ ਨੇ ਅਡੋਪਟ ਨਹੀਂ ਕੀਤਾ। ਨਹੀਂ, ਉਹ ਹੋਏਗਾ ਹੀ। ਤੁਸੀਂ ਯੂਥ ਕਾਂਗਰਸ 'ਚ ਜਾਂ NSUI 'ਚ ਚੋਣ ਕਰਾਉਣਾ ਚਾਹੁੰਦੇ ਹੋ, ਆਪਣੀ ਮੇਨ ਪਾਰਟੀ 'ਚ ਕਰਾਉਣਾ ਹੀ ਨਹੀਂ ਚਾਹੁੰਦੇ ਜਿਹੜੀ ਨੂੰ ਤੁਸੀਂ ਮਾਂ ਪਾਰਟੀ ਸਮਝਦੇ ਹੋ। ਤੁਹਾਨੂੰ ਸੁਧਾਰ ਉੱਥੋਂ ਸ਼ੁਰੂ ਕਰਨੇ ਪੈਂਦੇ ਨੇ ਜਿਹੜੀ ਸਭ ਤੋਂ ਬੁਨਿਆਦੀ ਬਾਡੀ ਹੈ, ਤੇ ਜਦੋਂ ਉਹ ਨਹੀਂ ਕਰੋਗੇ ਤਾਂ ਆਟੋਮੈਟਿਕਲੀ ਫਿਰ ਇਹ ਉਹੀ ਹੈ ਕਿ ਜਿਹੜੇ ਲੀਡਰ ਉੱਥੇ ਨੇ, ਹੁਣ ਪੰਜਾਬ ਦੇ ਵਿੱਚ ਵੀ ਲਾਓ, ਚਾਹੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਕਿਹਦੀ ਸੁਣਵਾਈ ਹੈ,
ਸਾਰੇ ਲੀਡਰ ਆਪਸ ਦੇ ਵਿੱਚ ਰੋਂਦੇ ਨੇ। ਈਵਨ ਚਾਹੇ ਅੱਜ ਬਾਜਵਾ ਤੇ ਦੁੱਲੋਂ ਨੇ ਗੱਲ ਕੀਤੀ ਤੇ ਇਹਦੇ ਤੋਂ ਬਿਨਾਂ ਜਾਖੜੋਂ ਨੇ ਵੀ ਤਾਂ ਇਹੀ ਗੱਲਾਂ ਕਰਦੇ ਰਹੇ ਨੇ, ਇਹਦੇ ਤੋਂ ਬਿਨਾਂ ਬਾਕੀ ਲੋਕ ਵੀ ਮੰਤਰੀ ਇਹੀ ਗੱਲਾਂ ਕਰਦੇ ਰਹੇ ਨੇ, MLA ਵੀ ਇਹੀ ਗੱਲਾਂ ਕਰ ਰਹੇ ਨੇ ਹੁਣ ਤੱਕ। ਔਰ ਜਦੋਂ ਇੰਨੀ ਤਾਕਤਵਰ ਅਕਾਲੀ ਦਲ 'ਚ ਸੁਖਬੀਰ ਬਾਦਲ ਤੋਂ ਬਿਨਾਂ ਕੌਣ ਕਰੇਗਾ। ਔਰ ਆਮ ਆਦਮੀ ਪਾਰਟੀ ਨੇ ਵੀ ਇਹੀ ਕੀਤਾ, ਸਾਰਾ ਢਾਂਚਾ ਭੰਗ ਕਰਤਾ ਕਿ ਹੋਰ ਲੋਕਾਂ ਨੂੰ ਲਿਆਵਾਂਗੇ, ਪਰ ਪ੍ਰਧਾਨ ਜੀ ਕਾਇਮ ਮੁਕਾਮ ਰਹਿਣਗੇ। ਤਾਂ ਪ੍ਰਧਾਨ ਕਿਉਂ? ਚੋਣ ਦਾ ਮਤਲਬ ਹੁੰਦਾ ਕਿ ਤੁਸੀਂ ਸਾਰੇ ਢਾਂਚੇ 'ਚ ਹੇਠੋਂ ਲਓ, ਉਹਦੇ 'ਚੋਂ ਹੀ ਫਿਰ ਪ੍ਰਧਾਨ ਚੁਣਿਆ ਜਾਵੇ, ਉਸ ਤੋਂ ਬਾਅਦ ਜਿਹਨੂੰ ਲੋਕ ਬਹੁਤੇ ਚਾਹਣਗੇ। ਇਸ ਲਈ ਇਕੱਲਾ ਕਾਂਗਰਸ ਦਾ ਸਵਾਲ ਨਹੀਂ, ਸਾਡੇ ਜਿਹੜਾ ਜਥੇਬੰਦਕ ਤਾਣਾ ਬਾਣਾ, ਜਿਹੜੀ ਜਮਹੂਰੀਅਤ ਪ੍ਰਤੀ ਸਮਝਦਾਰੀ ਹੈ ਜਾਂ ਜਮਹੂਰੀਅਤ 'ਚ ਜਿਹੜੀ ਆਸਥਾ ਹੁੰਦੀ ਹੈ ਉਹ ਨਹੀਂ ਰਹੀ। ਸਾਡੇ ਤਾਕਤਾਂ ਦੇ ਕੇਂਦਰੀਕਰਨ 'ਚ ਆਸਥਾ ਹੈ, ਸਭ ਕੁਝ ਹੜੱਪ ਕਰ ਲੈਣ ਦੀ ਆਸਥਾ ਹੈ, ਮਰਦੇ ਦਮ ਤੱਕ ਪ੍ਰਧਾਨ ਬਣੇ ਰਹਿਣ ਦੀ ਆਸਥਾ ਹੈ। ਅਸੀਂ ਦੂਜਿਆਂ ਨੂੰ ਜਗ੍ਹਾ ਦੇਣਾ ਹੀ ਨਹੀਂ ਚਾਹੁੰਦੇ, ਵੱਖ-ਵੱਖ ਪਾਰਟੀਆਂ 'ਚ ਵੀ, ਜਥੇਬੰਦੀਆਂ 'ਚ ਵੀ, ਬਾਕੀ ਵੀ। ਪਰ ਇਹ ਜਿਹੜੇ ਸਵਾਲ ਉੱਠੇ 23 ਬੰਦਿਆਂ ਨੇ ਉਠਾਏ, ਉਹ ਜੈਨੂਅਨ ਸਵਾਲ ਨੇ, ਇਹਦੇ 'ਚ ਕੋਈ ਫਰਕ ਗੱਲ ਨਹੀਂ, ਕਿਉਂਕਿ ਦੇਸ਼ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ। ਹਜੂਮੀ ਹਿੰਸਾ ਵੱਡੀ ਚੁਣੌਤੀ ਹੈ, ਘੱਟ ਗਿਣਤੀਆਂ ਨੂੰ ਖਤਰਾ ਵੱਡੀ ਚੁਣੌਤੀ ਹੈ, ਦਲਿਤਾਂ ਤੇ ਕਬੈਲੀਆਂ ਦੇ ਮੁੱਦੇ ਵੱਡੀ ਚੁਣੌਤੀ ਹੈ, ਬੇਰੁਜ਼ਗਾਰੀ ਬਹੁਤ ਵੱਡੀ ਚੁਣੌਤੀ ਹੈ, ਯੂਥ ਦਾ ਬੇਚੈਨ ਹੋਣਾ ਬਹੁਤ ਵੱਡੀ ਚੁਣੌਤੀ ਹੈ, ਤੇ ਬਾਕੀ ਨਵੇਂ ਯੂਥ ਦਾ ਲੀਡਰਸ਼ਿਪ 'ਚ ਨਾ ਆ ਪਾਉਣਾ ਇੱਕ ਵੱਡੀ ਚੁਣੌਤੀ ਹੈ। ਇਹ ਬਹੁਤ ਵੱਡੀਆਂ ਚੁਣੌਤੀਆਂ ਨੇ ਸਭ ਦੇ ਸਾਹਮਣੇ। ਇਹਨਾਂ ਨੂੰ ਐਡਰੈਸ ਕੀਤੇ ਬਿਨਾਂ ਕਿਸਾਨੀ ਦੇ ਸਵਾਲ ਨੇ, ਆਰਡੀਨੈਂਸ ਜਾਰੀ ਹੋਣੇ ਨੇ। ਇੱਕ ਕਾਂਗਰਸ ਨੇ ਕਹਿਤਾ ਅਸੀਂ ਵਿਰੋਧ ਕਰਦੇ, ਵਿਰੋਧ ਕਰਕੇ ਕੀ ਕਰੋਗੇ? ਗਰਾਊਂਡ 'ਤੇ ਕੀ ਕਰ ਰਹੇ ਹੋ? ਲੋਕਾਂ ਦਾ ਅੰਦੋਲਨ ਕਿੱਥੇ ਹੈ? ਉਹਦੇ ਵਿੱਚ ਜਾ ਕੇ ਕੀ ਕਰ ਰਹੇ ਹੋ? ਔਰ ਇਹ ਸਾਰੇ ਜਿਹੜੇ ਇੱਕ ਵੱਡੇ ਪੱਧਰ ਦੇ ਮੁੱਦੇ ਨੇ। ਔਰ ਜਿਹੜੀ ਇੱਕ ਉਹਨਾਂ ਨੇ ਦਿੱਤੀ ਹੈ ਇੱਕ ਉਦਾਹਰਨ ਕਿ ਸਮੂਹਿਕ ਲੀਡਰਸ਼ਿਪ ਵਿਕਸਿਤ ਹੋਵੇ, ਔਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਾਜਬ ਗੱਲ ਹੈ। ਮੇਰੇ ਤਾਂ ਖਿਆਲ ਹੈ ਕਿ ਇੱਕ ਲੀਡਰ ਹੀ ਇੰਨਾ ਮਜ਼ਬੂਤ ਕਿਉਂ ਹੋਵੇ? ਜੇ ਇੱਕ ਕਲੈਕਟਿਵ ਲੀਡਰਸ਼ਿਪ ਹੁੰਦੀ ਹੈ ਤਾਂ ਉਹ ਜ਼ਿਆਦਾ ਉਸ ਲੈਵਲ 'ਤੇ ਹੁੰਦੀ ਹੈ। ਅਸਲ ਦੇ ਵਿੱਚ ਇਹ ਜਦੋਂ ਇਹ ਮੌਕੇ ਆਏ, ਜਦੋਂ ਇੰਦਰਾ ਗਾਂਧੀ ਉਸ ਤੋਂ ਬਾਅਦ ਆਉਂਦੀ ਹੈ, ਇੰਦਰਾ ਗਾਂਧੀ ਬੰਗਲਾਦੇਸ਼ ਦੀ ਲੜਾਈ ਜਿੱਤ ਲੈਂਦੀ ਹੈ ਅਤੇ ਵੱਖ-ਵੱਖ ਤੌਰ ਤਰੀਕੇ ਆਉਂਦੇ ਨੇ। ਪਹਿਲਾਂ ਐਮਰਜੈਂਸੀ ਲਾ ਕੇ ਆਉਂਦੀ ਹੈ, ਔਰ ਉਸ ਤੋਂ ਬਾਅਦ ਫਿਰ ਬਾਕੀ ਪਾਰਟੀ ਦੇ ਬਜਾਏ ਇੱਕ ਨੀਲਮ ਸੰਜੀਵਾ ਰੈਡੀ ਨੂੰ ਮਤਲਬ ਪਾਰਟੀ ਦੇ ਖਿਲਾਫ ਜਾ ਕੇ ਇੱਕ ਰਾਸ਼ਟਰਪਤੀ ਬਣਾ ਦਿੰਦੀ ਹੈ। ਉਦੋਂ ਤੋਂ ਬਾਅਦ ਇੱਕ ਸੈਂਟਰਲਾਈਜੇਸ਼ਨ ਮਜ਼ਬੂਤ ਹੁੰਦੀ ਹੈ। ਉਹ ਸੈਂਟਰਲਾਈਜੇਸ਼ਨ ਦਾ ਦੌਰ ਮੁੜ ਕੇ ਵਾਪਸ ਹੋਇਆ ਹੀ ਨਹੀਂ। ਅਸਲ ਦੇ ਵਿੱਚ ਉਸੇ ਪਾਸੇ ਵੱਲ ਚੱਲ ਰਿਹਾ, ਬਲਕਿ ਜਿਹੜੀਆਂ ਪਾਰਟੀਆਂ ਡੈਮੋਕ੍ਰੇਸੀ ਲਈ ਲੜਨ ਦੀ ਗੱਲ ਕਰਦੀਆਂ ਸੀ ਉਹ ਵੀ ਉਸੇ ਸੈਂਟਰਲਾਈਜੇਸ਼ਨ ਵੱਲ ਚੱਲੀਆਂ ਗਈਆਂ। ਇਸ ਲਈ ਦੇਸ਼ ਦੇ ਵਿੱਚ ਇਕੱਲੀ ਉਹ ਪਾਰਟੀ ਦਾ ਸਵਾਲ ਨਹੀਂ, ਮੁੱਦੇ ਸਾਰੇ ਦੇਸ਼ ਦੇ ਸਾਹਮਣੇ ਨੇ, ਸਾਰੇ ਲੋਕਾਂ ਦੇ ਸਾਹਮਣੇ ਨੇ। ਫੈਡਰਲਿਜ਼ਮ ਦਾ ਮੁੱਦਾ, ਖੇਤਰੀ ਲੀਡਰਸ਼ਿਪ ਇਮਰਜ ਹੋਣੀ, ਬਿਹਤਰ ਤਰੀਕੇ ਨਾਲ ਇਮਰਜ ਹੋਣੀ, ਉਹਨਾਂ ਦੀ ਬੁੱਕਤ ਹੋਣੀ, ਉਹਨਾਂ ਕੋਲ ਅਧਿਕਾਰ ਹੋਣੇ, ਲੋਕਾਂ ਦੀ ਇੰਪਾਵਰਮੈਂਟ ਦਾ ਸਵਾਲ, ਇਹ ਵੱਡੇ ਮੁੱਦੇ ਨੇ ਜਿਹੜੇ ਸਾਰੇ ਦੇਸ਼ ਦੇ ਵਿੱਚ ਵਿਚਾਰੇ ਜਾਣੇ ਚਾਹੀਦੇ ਨੇ। ਹਰ ਸੰਗਠਨ ਨੂੰ ਵਿਚਾਰਨੇ ਚਾਹੀਦੇ ਨੇ। ਕੱਲਾ ਕੇਵਲ ਭਗਤੀ ਵਾਲਾ ਜਿਹੜਾ ਇੱਕ ਦੌਰ ਹੈ ਕਿ ਮੈਂ ਭਗਤ ਹਾਂ, ਮੈਂ ਸੋਨੀਆ ਗਾਂਧੀ ਦਾ, ਕੋਈ ਮੋਦੀ ਦਾ, ਕੋਈ ਮਾਇਆਵਤੀ ਦਾ, ਕੋਈ ਕੇਜਰੀਵਾਲ ਦਾ, ਭਗਤੀਵਾਦ ਛੱਡਣਾ ਪਏਗਾ ਤਾਂ ਦੇਸ਼ ਦਾ ਕੁਝ ਬਣਨਾ। ਇੱਕ ਹਮੀਰ ਸਿੰਘ ਜੀ, ਜਿਵੇਂ ਹੁਣ ਆਪਾਂ ਕਾਂਗਰਸ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਦੇਖ ਰਹੇ ਹਾਂ, ਕੀ ਇਹੋ ਜਿਹੇ ਹਾਲਾਤ ਸਮੇਂ-ਸਮੇਂ 'ਤੇ ਸਿਰਫ ਕਾਂਗਰਸ ਪਾਰਟੀ ਦੇ ਵਿੱਚ ਬਣਦੇ ਰਹੇ ਨੇ ਕਿ ਹੋਰ ਰਾਜਨੀਤਿਕ ਪਾਰਟੀਆਂ ਦੇ ਵਿੱਚ ਵੀ ਜਿਹੜੇ ਹੈਗੇ ਇਹੋ ਜਿਹੇ ਹਾਲਾਤ ਦੇਖਣ ਨੂੰ ਮਿਲੇ? ਸਭ ਦੇ ਵਿੱਚ ਹੀ ਬਣਦੇ ਨੇ। ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਤੋਂ ਬਿਨਾਂ ਕੋਈ ਲੀਡਰ ਨਹੀਂ। ਖੇਤਰੀ ਪਾਰਟੀਆਂ 'ਚ ਵੀ ਜੇ ਆਪਾਂ ਗੱਲ ਕਰੀਏ, ਪਹਿਲਾਂ ਮਤਲਬ DMK ਦੇ ਵਿੱਚ ਵੀ ਸੀ, ਹੁਣ ਉਹਦਾ ਮੁੰਡਾ ਹੈ, ਅਤੇ ਪਹਿਲਾਂ ਕਰੁਣਾਨਿਧੀ ਸੀਗਾ। ਇਸੇ ਤਰ੍ਹਾਂ ਸਿੰਗਲ ਲੀਡਰ ਪਾਰਟੀਆਂ ਹੁਣ ਵਿਕਸਿਤ ਹੋ ਰਹੀਆਂ ਨੇ ਸਾਡੇ ਖੇਤਰੀ। ਕੇਜਰੀਵਾਲ ਤੋਂ ਬਿਨਾਂ ਕੋਈ ਬੁੱਕਤ ਨਹੀਂ ਆਪ ਦੀ, ਕਿਹਦੀ ਬੁੱਕਤ ਹੈ ਉਸੇ ਪੱਧਰ 'ਤੇ। ਪੰਜਾਬ 'ਚ ਅਕਾਲੀ ਦਲ 'ਚ ਬਾਦਲ ਪਰਿਵਾਰ ਤੋਂ ਬਿਨਾਂ ਜਿਹੜਿਆਂ ਨੇ ਵੀ ਅਲੱਗ ਕੀਤਾ ਅਤੇ ਉਹਦੀ ਕੀ ਬੁੱਕਤ ਹੈ, ਅਤੇ ਉਹ ਵੀ ਅਲੱਗ ਉਸੇ ਤਰੀਕੇ ਨਾਲ ਹੁੰਦੇ ਰਹੇ। ਇਸ ਲਈ ਸਾਰੀਆਂ ਪਾਰਟੀਆਂ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਇੱਕ ਦਾਣਾ ਕਾਲਾ ਨਹੀਂ ਹੈ, ਦਾਲ ਹੀ ਕਾਲੀ ਹੋ ਗਈ ਹੈ। ਅਤੇ ਉਹ ਦਾਲ ਕਾਲੀ ਨੂੰ ਤਾਂ ਫਿਰ ਹੁਣ ਕਿਸੇ ਠੀਕ ਤਰੀਕੇ ਨਾਲ ਹੀ ਕੋਈ ਫਰੈਸ਼ ਰੂਪ ਦੇ ਵਿੱਚ ਹੀ ਕੋਈ ਚੀਜ਼ ਦੀ ਲੋੜ ਪੈਂਦੀ ਹੈ, ਕਿਸੇ ਅੰਦੋਲਨ ਦੀ ਲੋੜ ਪਏਗੀ ਜਿਹੜੀ ਜਮਹੂਰੀ ਕਦਰਾਂ ਕੀਮਤਾਂ ਅਤੇ ਸਿਆਸਤ ਦੇ ਵਿੱਚ ਕੇਵਲ ਪੈਸਾ ਅਤੇ ਸੱਤਾ ਲਈ ਨਾ ਆਵੇ, ਕਦਰਾਂ ਕੀਮਤਾਂ ਨੂੰ ਵੀ ਨਾਲ ਲਿਆਵੇ ਕਿ ਆਹ ਸਿਆਸੀ ਅਤੇ ਅਖਲਾਕੀ ਕਦਰਾਂ ਕੀਮਤਾਂ ਨੇ, ਇਸ ਪਾਸੇ ਦੇਸ਼ ਦੀ ਸੱਤਾ ਚੱਲਣੀ ਚਾਹੀਦੀ ਹੈ। ਉਹ ਸ਼ਾਇਦ ਉਮੀਦ ਦੇ ਲੋਕਾਂ ਨੂੰ। ਜਦੋਂ ਉਹ ਉਮੀਦ ਆਏ, ਆਮ ਆਦਮੀ ਪਾਰਟੀ 'ਚ ਉਮੀਦ ਵੱਜੀ ਸੀ, ਔਰ ਲੋਕ ਪੰਜਾਬ ਔਰ ਦਿੱਲੀ 'ਚ ਤਾਂ ਘੱਟੋ ਘੱਟ ਬਹੁਤ ਆਪ ਮੁਹਾਰੇ ਆਏ ਸੀ। ਕਿੰਨੇ ਨੌਜਵਾਨ, ਕਿੰਨੇ ਮੁੰਡੇ ਕੁੜੀਆਂ ਵੱਡੀਆਂ ਵੱਡੀਆਂ ਪੋਸਟਾਂ ਨੂੰ ਤਿਆਗ ਕਰਕੇ, ਪਰ ਉਹ ਨਿਰਾਸ਼ ਹੋ ਗਏ ਉਸੇ ਪੱਧਰ ਦੇ ਉੱਤੇ। ਉਹ ਵੀ ਉੱਥੇ ਜਾ ਕੇ ਸੁੰਗੜ ਗਈ ਉਹ ਸਾਰੀ ਦੀ ਸਾਰੀ ਮੂਵਮੈਂਟ। ਉਹ ਸਾਰੇ ਕਿਤੇ ਹੀ ਆ। ਮਤਲਬ ਕੋਈ ਵੀ ਪਾਰਟੀ ਇਹੋ ਜਿਹੀ ਇਹਨਾਂ 'ਚੋਂ ਦਿਖਾਈ ਨਹੀਂ ਦੇ ਰਹੀ ਜਿਹੜੀ ਅੰਦਰੂਨੀ ਜਮਹੂਰੀਅਤ ਨੂੰ ਮਤਲਬ ਸਰਗਰਮੀ ਦੇ ਨਾਲ ਇਹ ਕਹੇ ਕਿ ਮੈਂ ਬਹਾਲ ਰੱਖੂੰਗਾ। ਅਤੇ ਇਸੇ ਤਰ੍ਹਾਂ ਵਿਧਾਨ ਸਭਾਵਾਂ, ਪਾਰਲੀਮੈਂਟਾਂ ਦੀਆਂ ਬਹਿਸਾਂ ਵੀ ਇਹ ਦਰਸਾਉਂਦੀਆਂ ਨੇ ਕਿ ਤੁਸੀਂ ਬੰਦਿਆਂ ਦਾ ਗਲਾ ਘੁੱਟ ਰਹੇ ਹੋ। ਐਂਟੀ ਡਿਫੈਕਸ਼ਨ ਲਾ ਨੇ ਪਾਰਟੀਆਂ ਦੇ ਵਿੱਚ ਪ੍ਰਧਾਨਾਂ ਨੂੰ ਇੰਨੀ ਤਾਕਤ ਦੇਤੀ ਕਿ ਬਾਕੀ ਦੇ ਜਿਹੜੇ ਬੰਦੇ ਬਧੂਆਂ ਮਜ਼ਦੂਰ ਵਾਂਗ ਬਣਾਤੇ, ਜਿਹੜੇ ਹੇਠਲੇ ਨੇ ਉਹ ਬੋਲਣ ਦੀ ਹਿੰਮਤ ਹੀ ਨਹੀਂ ਕਰ ਪਾਉਂਦੇ। ਉਹਨਾਂ ਨੂੰ ਲੱਗ ਰਿਹਾ ਕਿ ਜੇ ਬੋਲਾਂਗੇ ਤਾਂ ਟਿਕਟ ਕੱਟੀ ਜਾਊ, ਕਿਉਂਕਿ ਉਹਨਾਂ ਦਾ ਵੀ ਆਪਣਾ ਬੇਸ ਕੋਈ ਨਹੀਂ ਹੇਠਾਂ। ਅੱਗੇ ਜਦੋਂ ਬੋਲਦਾ ਸੀ ਤਾਂ ਉਹਦੇ ਨਾਲ ਹਲਕਾ ਖੜਾ ਹੁੰਦਾ ਸੀ, ਹੁਣ ਹਲਕੇ ਖੜੇ ਹੋਣ ਵਾਲੀ ਗੱਲ ਬੰਦ ਹੋ ਗਈ ਹੈ।
ਇਸ ਕਰਕੇ ਅੰਦੋਲਨਾਂ ਦੀ ਲੋੜ ਪੈਂਦੀ ਹੈ, ਇਸ ਕਰਕੇ ਜਮਹੂਰੀਅਤ ਹੇਠੋਂ ਪੈਦਾ ਹੁੰਦੀ ਹੈ, ਜਮਹੂਰੀਅਤ ਠੋਸੀ ਨਹੀਂ ਜਾਂਦੀ, ਸਾਡੇ ਠੋਸਣ ਦਾ ਰਿਵਾਜ ਪੈਦਾ ਹੋ ਗਿਆ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਮਜ਼ਬੂਤ ਹੋਣ ਲਈ ਜਿਹੜਾ ਹੈਗਾ ਜ਼ਮੀਨੀ ਪੱਧਰ 'ਤੇ ਚੋਣ ਦੀ ਪ੍ਰਕਿਰਿਆ ਨੂੰ ਅਪਣਾਉਣਾ ਚਾਹੀਦਾ ਹੈ। ਇੱਕ ਪਰਿਵਾਰ ਦੇ ਹੱਥੋਂ ਬਾਹਰ ਕੱਢ ਕੇ ਨਵੇਂ ਲੀਡਰਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ, ਤਾਂ ਹੀ ਜਿਹੜਾ ਹੈਗਾ ਕੋਈ ਵੀ ਰਾਜਨੀਤਿਕ ਪਾਰਟੀ ਲੋਕਾਂ ਦੇ ਹਿੱਤ ਦੀ ਗੱਲ ਜਿਹੜੀ ਹੈਗੀ ਸਾਹਮਣੇ ਲਿਆ ਸਕਦੀ ਹੈ। ਇਹਦੇ ਨਾਲ ਹੀ ਸਾਨੂੰ ਜਿਹੜਾ ਹੈਗਾ ਪੈਸੇ ਤੇ ਪਾਵਰ ਦੇ ਲਾਲਚ ਨੂੰ ਛੱਡ ਕੇ ਲੋਕਾਂ ਦੇ ਹਿੱਤ ਦੀ ਗੱਲ ਕਰਨੀ ਚਾਹੀਦੀ ਹੈ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।